प्यारे विद्यार्थियों, मैं यूनिक कुमारी कंप्यूटर फैकल्टी सरकारी सीनियर सैकेंडरी स्मार्ट स्कूल बाजवा कला जलंधर तो आप जी ਨੂੰ ਪਾਠ 3 ਸਟੋਰੇਜ ਡਿਵਾਈਸਿਸ ਦੇ ਭਾਗ 2 ਬਾਰੇ ਜਾਣਕਾਰੀ ਦਵਾਂਗੀ। ਜੇ ਆਪ ਜੀ ਦਾ ਇਸ ਸੰਬੰਧਿਤ ਕੋਈ ਵੀ ਪ੍ਰਸ਼ਨ ਹੋਵੇ ਤਾਂ ਉਹ ਆਪ ਜੀ ਮੈਨੂੰ ਮੇਰੀ ਦਿੱਤੀ ਹੋਈ ਈਮੇਲ ਆਈਡੀ ਤੇ ਈਮੇਲ ਕਰਕੇ ਪੁੱਛ ਸਕਦੇ ਹੋ। सब तो पहला असी पढ़ांगे मैमरी की है। मैमरी वो माध्यम जिस विच कोई भी डाटा स्टोर करके रखा जाता है उसनू मैमरी कहा जाता है। कंप्यूटर मैमरी इलैक्ट्रॉनिक स्पेस हुंदी है जो कि सिलिकॉन चिप्पां जां मैगनैटिक माध्यम की बनी हुंदी है। इसकी वरतों डाटा ਅਤੇ ਹਦਾਇਤਾਂ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। डाटा ਅਤੇ ਹਦਾਇਤਾਂ ਨੂੰ ਕੱਚੇ ਅਤੇ ਪੱਕੇ ਤੌਰ ਤੇ ਸਟੋਰ ਕੀਤਾ ਜਾਂਦਾ ਹੈ। ਇਹ ਹਦਾਇਤਾਂ ਕੰਪਿਊਟਰ ਨੂੰ ਕੰਟਰੋਲ ਕਰਨ ਅਤੇ ਪ੍ਰੋਗਰਾਮਾਂ ਨੂੰ ਚਲਾਉਣ ਲਈ ਵਰਤੀਆਂ ਜਾਂਦੀਆਂ ਹਨ। ਹੁਣ ਅਸੀਂ ਮੈਮਰੀ ਦੀ ਬਣਤਰ ਬਾਰੇ ਪੜਾਂਗੇ। ਮੈਮਰੀ ਨੂੰ छोटे छोटे भागां विच वंडिया जाता है। इन्हां भागां नूं सैल कहा जाता है। इन्हां सैलां विच ही डाटा अते हदायतां स्टोर हुंदियां हन। मैमरी दी वरतों मैमरी नूं कंप्यूटर दी याददाश्त शक्ति भी कहा जाता है। कंप्यूटर मैमरी नूं प्रोसैस करन लई डाटा अते हदायतां नूं मैमरी विच रखिया जाता है। ਇਹ डाटा डिजिटल रूप ਦੇ ਵਿੱਚ ਸਟੋਰ ਕੀਤਾ ਜਾਂਦਾ ਹੈ। ਮਨੁੱਖ ਦੀ ਯਾਦਦਾਸ਼ਤ ਦੀ ਤਰ੍ਹਾਂ ਕੰਪਿਊਟਰ ਦੀ ਮੈਮਰੀ ਸਮੇਂ ਦੇ ਨਾਲ ਘਟ ਜਾਂ ਖਤਮ ਨਹੀਂ ਹੁੰਦੀ। ਮੈਮਰੀ ਦੋ ਪ੍ਰਕਾਰ ਦੀ ਹੁੰਦੀ ਹੈ, ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ। ਹੁਣ ਅਸੀਂ ਪ੍ਰਾਇਮਰੀ ਮੈਮਰੀ ਬਾਰੇ ਪੜਾਂਗੇ। ਜਿਵੇਂ ਕਿ आप जी पिछले पाठ विच प्राइमरी स्टोरेज डिवाइसिस बारे पढ़ चुके हो। भाग 2 नूं शुरू करन तो पहलां असी भाग 1 विच पढ़े हुए प्राइमरी मैमरी बारे संखेप विच जाणांगे। आओ हुण असी प्राइमरी मैमरी बारे जाणीए। प्राइमरी मैमरी की हुंदी है? प्राइमरी मैमरी नूं असी इंटरनल मैमरी भी कहंदे हां, क्योंकि प्राइमरी मैमरी उस डाटे अते हदायतां नूं स्टोर करदी है जिन्हां उत्ते कंप्यूटर मौजूदा समय विच काम कर रहा हुंदा है। उदाहरण वजों जे असी माइक्रोसॉफ्ट पेंट चला रहे हाँ तां प्राइमरी मैमरी विच माइक्रोसॉफ्ट पेंट दा डाटा स्टोर होवेगा। भाव जो भी डाटा ਜਾਂ जो भी प्रोग्राम असी कंप्यूटर ते चला रहे हाँ उसका डाटा प्राइमरी मैमरी विच स्टोर हुंदा है। प्राइमरी मैमरी दी स्टोरेज समर्था बहुत घट हुंदी है अते इसकी स्पीड तेज हुंदी है। यह दो प्रकार दी हुंदी है, नंबर 1 रैम अते नंबर 2 रोम। रैम रैम तो भाव है रैंडम असैस मैमरी। यह प्राइमरी मैमरी का वो हिस्सा है जिस विच चल रहे प्रोग्रामां का डाटा स्टोर किया जाता है। इस विच डाटा कच्चे तौर ते स्टोर किया जाता है। हुण असी रोम बारे पढ़ांगे। रोम तो भाव है रीड ओनली मैमरी। यह उन्हां हदायतां नूं पक्के तौर ते स्टोर करदी है जो कंप्यूटर नूं शुरू करन समय वरतियां जांदियां हन, जिवें कि बूटिंग दी प्रक्रिया। यह 3 प्रकार दी हुंदी है, जिवें कि पीरोम, ईपीरोम एंड EEPROM। हुण असी सैकेंडरी स्टोरेज डिवाइसिस बारे पढ़ांगे। सैकेंडरी मैमरी
ਸੈਕੰਡਰੀ ਮੈਮਰੀ ਡਾਟੇ ਨੂੰ ਪੱਕੇ ਤੌਰ ਤੇ ਸਟੋਰ ਕਰਦੀ ਹੈ। ਇਸ ਮੈਮਰੀ ਨੂੰ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਵੇਂ ਕਿ ਐਕਸਟਰਨਲ ਮੈਮਰੀ, ਫਿਜ਼ੀਕਲ ਮੈਮਰੀ। ਇਹ ਮੈਮਰੀ ਵਿੱਚ ਪਏ ਡਾਟੇ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਇਸ ਨੂੰ ਪਰਮਾਨੈਂਟ ਮੈਮਰੀ ਵੀ ਕਿਹਾ ਜਾਂਦਾ ਹੈ, ਕਿਉਂਕਿ ਜਦੋਂ ਅਚਾਨਕ ਲਾਈਟ ਬੰਦ ਹੋ ਜਾਂਦੀ ਹੈ ਤਾਂ ਇਸ ਮੈਮਰੀ ਵਿੱਚ ਜੋ ਵੀ ਡਾਟਾ ਹੁੰਦਾ ਹੈ ਉਹ ਆਪਣੀ ਥਾਂ ਤੇ ਸੁਰੱਖਿਅਤ ਰਹਿੰਦਾ ਹੈ। ਸੈਕੰਡਰੀ ਮੈਮਰੀ ਨੂੰ ਨੌਨ ਵੋਲਾਟਾਈਲ ਕਿਸਮ ਵੀ ਕਿਹਾ ਜਾਂਦਾ ਹੈ। ਜਿੰਨੀ ਦੇਰ ਅਸੀਂ ਇਸ ਵਿੱਚੋਂ ਕੋਈ ਵੀ ਡਾਟਾ ਆਪ ਡਿਲੀਟ ਨਹੀਂ ਕਰਦੇ, ਓਨੀ ਦੇਰ ਤੱਕ ਇਸ ਵਿੱਚੋਂ ਕੋਈ ਵੀ ਡਾਟਾ ਡਿਲੀਟ ਨਹੀਂ ਹੁੰਦਾ। ਭਾਵ ਸਾਨੂੰ ਕਿੰਨੀ ਸਟੋਰੇਜ ਦੀ ਜ਼ਰੂਰਤ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੰਪਿਊਟਰ ਯੂਜ਼ਰ ਕਿਸ ਤਰ੍ਹਾਂ ਦਾ ਕੰਮ ਕੰਪਿਊਟਰ ਤੋਂ ਲੈਣਾ ਚਾਹੁੰਦਾ ਹੈ। ਇੱਕ ਆਮ ਕੰਪਿਊਟਰ ਵਿੱਚ ਸਿਰਫ ਹਾਰਡ ਡਿਸਕ ਹੀ ਪਹਿਲਾਂ ਤੋਂ ਮੌਜੂਦ ਹੁੰਦੀ ਹੈ। ਬਾਕੀ ਸਟੋਰੇਜ ਡਿਵਾਈਸਿਸ ਜਿਵੇਂ ਕਿ ਫਲੋਪੀ ਡਿਸਕ, CD, DVD, ਐਕਸਟਰਨਲ ਹਾਰਡ ਡਿਸਕ ਅਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਇਸਤੇਮਾਲ ਕਰਦੇ ਹਾਂ। ਸੈਕੰਡਰੀ ਸਟੋਰੇਜ ਡਿਵਾਈਸਿਸ ਦਾ ਵਰਗੀਕਰਨ ਪੜ੍ਹਨ ਤੋਂ ਪਹਿਲੇ ਅਸੀਂ ਇਸ ਨੂੰ ਦੋ ਭਾਗਾਂ ਵਿੱਚ ਵੰਡਾਂਗੇ। ਨੰਬਰ 1 ਇੰਟਰਨਲ ਸੈਕੰਡਰੀ ਸਟੋਰੇਜ ਅਤੇ ਨੰਬਰ 2 ਐਗਜ਼ਿਲਰੀ ਸੈਕੰਡਰੀ ਸਟੋਰੇਜ। ਇੰਟਰਨਲ ਸੈਕੰਡਰੀ ਸਟੋਰੇਜ ਤੋਂ ਭਾਵ ਕੰਪਿਊਟਰ ਵਿੱਚ ਪਹਿਲਾਂ ਤੋਂ ਹੀ ਮੌਜੂਦ ਮੈਮਰੀ। ਜਦੋਂ ਅਸੀਂ ਕੰਪਿਊਟਰ ਖਰੀਦਦੇ ਹਾਂ ਤਾਂ ਇਹ ਮੈਮਰੀ ਪਹਿਲਾਂ ਤੋਂ ਹੀ ਕੰਪਿਊਟਰ ਵਿੱਚ ਮੌਜੂਦ ਹੁੰਦੀ ਹੈ। ਐਗਜ਼ਿਲਰੀ ਸੈਕੰਡਰੀ ਸਟੋਰੇਜ ਤੋਂ ਭਾਵ ਸਹਾਇਕ ਮੈਮਰੀ, ਜੋ ਕਿ ਕੰਪਿਊਟਰ ਵਿੱਚ ਪਹਿਲਾਂ ਤੋਂ ਹੀ ਮੌਜੂਦ ਨਹੀਂ ਹੁੰਦੀ। ਇਸ ਨੂੰ ਅਲੱਗ ਤੌਰ ਤੇ ਖਰੀਦਿਆ ਜਾਂਦਾ ਹੈ ਤੇ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿੱਚ ਫਲੋਪੀ ਡਿਸਕ, CD, DVD, ਪੈਨ ਡਰਾਈਵ ਆਦਿ ਕਿਸਮਾਂ ਆਉਂਦੀਆਂ ਹਨ। ਆਓ ਅਸੀਂ ਚਿੱਤਰ ਰਾਹੀਂ ਸੈਕੰਡਰੀ ਮੈਮਰੀ ਦੀਆਂ ਕਿਸਮਾਂ ਬਾਰੇ ਜਾਣੀਏ। ਹੁਣ ਅਸੀਂ ਸੈਕੰਡਰੀ ਮੈਮਰੀ ਸਟੋਰੇਜ ਦੀ ਸਭ ਤੋਂ ਪਹਿਲੀ ਕਿਸਮ ਹਾਰਡ ਡਿਸਕ ਬਾਰੇ ਪੜ੍ਹਾਂਗੇ। ਹਾਰਡ ਡਿਸਕ CPU ਦੇ ਅੰਦਰ ਲੱਗੀ ਹੁੰਦੀ ਹੈ। ਕੰਪਿਊਟਰ ਵਿੱਚ ਅਸੀਂ ਜੋ ਵੀ ਡਾਟਾ ਜਿਵੇਂ ਕਿ ਫਾਈਲਾਂ, ਫੋਲਡਰ, ਤਸਵੀਰਾਂ, ਗੀਤ ਜਾਂ ਵਿਅਕਤੀਗਤ ਡਾਟਾ ਸਟੋਰ ਕਰਦੇ ਹਾਂ, ਉਸ ਨੂੰ ਹਾਰਡ ਡਿਸਕ ਵਿੱਚ ਸਟੋਰ ਕੀਤਾ ਜਾਂਦਾ ਹੈ। ਇਸ ਵਿੱਚ ਡਾਟਾ ਪੱਕੇ ਤੌਰ ਤੇ ਸਟੋਰ ਕੀਤਾ ਜਾਂਦਾ ਹੈ ਅਤੇ ਲਾਈਟ ਜਾਣ ਤੇ ਵੀ ਇਹ ਡਾਟਾ ਆਪਣੇ ਸਥਾਨ ਤੇ ਸੁਰੱਖਿਅਤ ਰਹਿੰਦਾ ਹੈ। ਹਾਰਡ ਡਿਸਕ ਵਿੱਚ ਜੋ ਵੀ ਡਾਟਾ ਰੱਖਿਆ ਜਾਂਦਾ ਹੈ ਉਸ ਨੂੰ ਭਵਿੱਖ ਵਿੱਚ ਅਸੀਂ ਕਿਸੇ ਵੀ ਵੇਲੇ ਇਸਤੇਮਾਲ ਕਰ ਸਕਦੇ ਹਾਂ। ਇਸ ਦੀ ਸਟੋਰੇਜ ਸਮਰੱਥਾ ਕਾਫੀ ਜ਼ਿਆਦਾ ਹੁੰਦੀ ਹੈ, ਪਰ ਇਹ ਆਮ ਤੌਰ ਤੇ ਇਸ ਦੀ ਸਪੀਡ ਮੁੱਖ ਮੈਮਰੀ ਤੋਂ ਘੱਟ ਹੁੰਦੀ ਹੈ। ਇਹ ਇੱਕ ਜਾਂ ਇੱਕ ਤੋਂ ਵੱਧ ਮਜ਼ਬੂਤ ਧਾਤੂ ਦੀਆਂ ਪਲੇਟਾਂ ਜਿਨ੍ਹਾਂ ਉੱਪਰ ਮੈਟਲ ਆਕਸਾਈਡ ਦੀ ਪਰਤ ਚੜ੍ਹੀ ਹੁੰਦੀ ਹੈ ਦੀ ਬਣੀ ਹੁੰਦੀ ਹੈ। ਇਸ ਮੈਮਰੀ ਨੂੰ CPU ਕਦੇ ਵੀ ਸਿੱਧੇ ਤੌਰ ਤੇ ਐਕਸੈਸ ਨਹੀਂ ਕਰਦਾ। ਇਸ ਵਿੱਚ ਪਏ ਡਾਟੇ ਨੂੰ ਪਹਿਲਾਂ ਮੇਨ ਮੈਮਰੀ ਦੁਆਰਾ ਐਕਸੈਸ ਕੀਤਾ ਜਾਂਦਾ ਹੈ ਅਤੇ CPU ਮੇਨ ਮੈਮਰੀ ਤੋਂ ਹੀ ਸੰਬੰਧਿਤ ਡਾਟੇ ਨੂੰ ਐਕਸੈਸ ਕਰਦਾ ਹੈ। ਇਹਨਾਂ ਦੀ ਸਟੋਰੇਜ ਸਮਰੱਥਾ 20 GB ਤੋਂ 500 GB ਹੁੰਦੀ ਹੈ, ਪਰ ਅੱਜਕੱਲ੍ਹ ਬਾਜ਼ਾਰ ਵਿੱਚ 1 TB ਯਾਨੀ ਕਿ ਟੈਰਾਬਾਈਟ ਜੋ ਕਿ 1024 GB ਦੀ ਹਾਰਡ ਡਿਸਕ ਵੀ ਮੌਜੂਦ ਹੈ। ਐਕਸਟਰਨਲ ਹਾਰਡ ਡਿਸਕ। ਐਕਸਟਰਨਲ
ਹਾਰਡ ਡਿਸਕ ਦਾ ਹੀ ਇੱਕ ਭਾਗ ਹੈ। ਹਾਰਡ ਡਿਸਕ ਕੰਪਿਊਟਰ ਦੇ ਅੰਦਰੂਨੀ ਭਾਗ ਵਿੱਚ ਹੁੰਦੀ ਹੈ। ਇਹ ਕੰਪਿਊਟਰ ਵਿੱਚ ਸਥਾਈ ਤੌਰ ਤੇ ਲੱਗੀ ਹੁੰਦੀ ਹੈ। ਅੱਜ ਕੱਲ੍ਹ ਬਾਜ਼ਾਰ ਵਿੱਚ ਪੋਰਟੇਬਲ ਹਾਰਡ ਡਿਸਕ ਵੀ ਮੌਜੂਦ ਹੈ। ਇਹ ਹਾਰਡ ਡਿਸਕ ਆਮ ਤੌਰ ਤੇ ਕਾਫੀ ਮਹਿੰਗੀ ਹੁੰਦੀ ਹੈ। ਐਕਸਟਰਨਲ ਹਾਰਡ ਡਰਾਈਵ ਦੀ ਵਰਤੋਂ ਜ਼ਿਆਦਾ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਜ਼ਿਆਦਾਤਰ ਨਿੱਜੀ ਅਤੇ ਗੁਪਤ ਡਾਟੇ ਨੂੰ ਜਾਂ ਕਿਸੇ ਬੈਕਅਪ ਡਾਟੇ ਨੂੰ ਰੱਖਿਆ ਜਾਂਦਾ ਹੈ। ਇਹ ਪਲੱਗ ਅਤੇ ਪਲੇ ਦੇ ਆਧਾਰ ਤੇ ਕੰਮ ਕਰਦੀ ਹੈ। ਐਕਸਟਰਨਲ ਹਾਰਡ ਡਰਾਈਵ ਇੱਕ ਪੋਰਟੇਬਲ ਡਿਵਾਈਸ ਹੈ ਜੋ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਆਸਾਨੀ ਨਾਲ ਲੈ ਕੇ ਜਾਈ ਜਾ ਸਕਦੀ ਹੈ। ਇਹ ਬੈਕਅਪ ਅਤੇ ਇੰਟਰਨਲ ਹਾਰਡ ਡਰਾਈਵ ਤੋਂ ਵੱਖਰੀ ਸੂਚਨਾ ਰੱਖਣ ਦੀ ਆਗਿਆ ਦਿੰਦੀ ਹੈ। ਕੰਪਿਊਟਰ ਤੇ ਇੰਟਰਨੈਟ ਦੀ ਵਰਤੋਂ ਕਾਰਨ ਵਾਇਰਸ ਦਾ ਆ ਜਾਣਾ ਇੱਕ ਆਮ ਗੱਲ ਹੈ। ਸੋ ਅਸੀਂ ਆਪਣੇ ਜ਼ਰੂਰੀ ਡਾਟੇ ਨੂੰ ਐਕਸਟਰਨਲ ਹਾਰਡ ਡਿਸਕ ਤੇ ਬੈਕਅਪ ਵਜੋਂ ਸਟੋਰ ਕਰਕੇ ਰੱਖ ਸਕਦੇ ਹਾਂ। ਆਓ ਹੁਣ ਅਸੀਂ ਸੈਕੰਡਰੀ ਸਟੋਰੇਜ ਡਿਵਾਈਸਿਸ ਦੀ ਦੂਜੀ ਕਿਸਮ ਫਲੋਪੀ ਡਿਸਕ ਬਾਰੇ ਪੜ੍ਹੀਏ। ਫਲੋਪੀ ਡਿਸਕ ਪੁਰਾਣੇ ਸਮਿਆਂ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਟੋਰੇਜ ਡਿਵਾਈਸ ਸੀ। ਇਹ ਇੱਕ ਪੋਰਟੇਬਲ ਸਟੋਰੇਜ ਯੰਤਰ ਹੈ ਜਿਸ ਵਿੱਚ ਵਾਰ-ਵਾਰ ਡਾਟੇ ਨੂੰ ਸਟੋਰ ਕੀਤਾ ਜਾਂਦਾ ਹੈ। ਭਾਵ ਇਸ ਵਿੱਚ ਪਏ ਪੁਰਾਣੇ ਡਾਟੇ ਨੂੰ ਡਿਲੀਟ ਕਰਕੇ ਨਵਾਂ ਡਾਟਾ ਭਰਿਆ ਜਾ ਸਕਦਾ ਹੈ। ਇੱਕ ਸਧਾਰਨ ਫਲੋਪੀ ਡਿਸਕ ਦੀ ਸਟੋਰੇਜ ਸਮਰੱਥਾ ਬਹੁਤ ਘੱਟ ਹੁੰਦੀ ਹੈ। ਇਸ ਵਿੱਚ 1.44 ਮੈਗਾਬਾਈਟ ਡਾਟਾ ਹੀ ਸਟੋਰ ਕੀਤਾ ਜਾ ਸਕਦਾ ਹੈ। ਇਸ ਦਾ ਆਕਾਰ ਆਮ ਤੌਰ ਤੇ 3.5 ਇੰਚ ਦਾ ਹੁੰਦਾ ਹੈ। ਇਸ ਨੂੰ ਅਜੋਕੇ ਸਮੇਂ ਵਿੱਚ ਬਹੁਤ ਹੀ ਘੱਟ ਵਰਤਿਆ ਜਾਂਦਾ ਹੈ। ਇਹ ਬਹੁਤ ਆਸਾਨੀ ਨਾਲ ਖਰਾਬ ਹੋ ਜਾਂਦੀਆਂ ਹਨ। ਇਸ ਲਈ ਇਹਨਾਂ ਵਿੱਚ ਪਏ ਡਾਟੇ ਦੇ ਸੁਰੱਖਿਅਤ ਰਹਿਣ ਦੀ ਭਰੋਸੇਯੋਗਤਾ ਬਹੁਤ ਘੱਟ ਹੁੰਦੀ ਹੈ। ਇਹ ਆਮ ਤੌਰ ਤੇ ਪਲਾਸਟਿਕ ਦੀ ਇੱਕ ਛੋਟੀ ਜਿਹੀ ਡਿਸਕ ਹੁੰਦੀ ਹੈ ਜਿਨ੍ਹਾਂ ਉੱਤੇ ਮੈਗਨੈਟਿਕ ਰਿਕਾਰਡਿੰਗ ਦੀ ਪਰਤ ਚੜ੍ਹੀ ਹੁੰਦੀ ਹੈ। ਇਸ ਮੈਗਨੈਟਿਕ ਪਰਤ ਤੇ ਹੀ ਡਾਟਾ ਸਟੋਰ ਹੁੰਦਾ ਹੈ। ਆਓ ਹੁਣ ਅਸੀਂ ਸੈਕੰਡਰੀ ਸਟੋਰੇਜ ਦੀ ਤੀਜੀ ਕਿਸਮ ਭਾਵ ਮੈਗਨੈਟਿਕ ਟੇਪ ਬਾਰੇ ਪੜ੍ਹੀਏ। ਇਹ ਇੱਕ ਲੜੀਬੰਦ ਸਟੋਰੇਜ ਡਿਵਾਈਸ ਹੈ ਜਿਸ ਵਿੱਚ ਕਿ ਡਾਟਾ ਇੱਕ ਤੋਂ ਬਾਅਦ ਇੱਕ ਕਰਕੇ ਸਟੋਰ ਹੁੰਦਾ ਹੈ। ਇਹ ਆਮ ਤੌਰ ਤੇ ਡਾਟੇ ਦਾ ਬੈਕਅਪ ਰੱਖਣ ਲਈ ਵਰਤੀ ਜਾਂਦੀ ਹੈ। ਇਹ ਇੱਕ ਲਚਕਦਾਰ ਪਲਾਸਟਿਕ ਦੀ ਬਣੀ ਹੁੰਦੀ ਹੈ ਜਿਸ ਦੇ ਇੱਕ ਪਾਸੇ ਮੈਗਨੈਟਿਕ ਕੋਡਿੰਗ ਹੋਈ ਹੁੰਦੀ ਹੈ। ਜੇਕਰ ਸਾਨੂੰ ਇਸ ਵਿੱਚੋਂ ਕਿਸੇ ਡਾਟੇ ਨੂੰ ਲੱਭਣਾ ਹੋਵੇ ਤਾਂ ਲੱਭਣ ਵਾਲੇ ਡਾਟੇ ਤੋਂ ਪਹਿਲਾਂ ਦੇ ਸਾਰੇ ਰਿਕਾਰਡ ਜਾਂ ਡਾਟੇ ਨੂੰ ਸਾਨੂੰ ਪੜ੍ਹਨਾ ਪੈਂਦਾ ਹੈ। ਆਓ ਹੁਣ ਅਸੀਂ ਸੈਕੰਡਰੀ ਸਟੋਰੇਜ ਡਿਵਾਈਸਿਸ ਦੀ ਕਿਸਮ ਚੌਥੀ ਯਾਨੀ ਕਿ CD ਬਾਰੇ ਪੜ੍ਹਾਂਗੇ। CD ਤੋਂ ਭਾਵ ਹੈ ਕੰਪੈਕਟ ਡਿਸਕ। ਇਹ ਫਲੋਪੀ ਡਿਸਕ ਦੀ ਤਰ੍ਹਾਂ ਇੱਕ ਪੋਰਟੇਬਲ ਸਟੋਰੇਜ ਡਿਵਾਈਸ ਹੈ ਜਿਸ ਵਿੱਚ ਪਏ ਡਾਟੇ ਨੂੰ ਇੱਕ ਤੋਂ ਵੱਧ ਕੰਪਿਊਟਰਾਂ ਵਿੱਚ ਵੀ ਵਰਤਿਆ ਜਾ ਸਕਦਾ ਹੈ। ਇਸ ਵਿੱਚ ਡਾਟੇ ਨੂੰ ਪੱਕੇ ਤੌਰ ਤੇ ਸਟੋਰ ਕੀਤਾ ਜਾ ਸਕਦਾ ਹੈ। ਇਸ ਦੀ ਸਟੋਰੇਜ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ। ਇੱਕ ਆਮ CD ਵਿੱਚ ਵੱਧ ਤੋਂ ਵੱਧ 700 ਮੈਗਾਬਾਈਟ ਡਾਟੇ ਨੂੰ ਹੀ ਸਟੋਰ ਕੀਤਾ ਜਾ ਸਕਦਾ ਹੈ। ਇਸ ਵਿੱਚ ਪਏ ਡਾਟੇ ਦੀ ਭਰੋਸੇਯੋਗਤਾ ਬਹੁਤ ਜ਼ਿਆਦਾ ਹੁੰਦੀ ਹੈ। ਭਾਵ ਕਿ ਇਸ ਵਿੱਚ ਪਿਆ ਡਾਟਾ ਜਲਦੀ ਨਸ਼ਟ ਨਹੀਂ ਹੁੰਦਾ।
ਇਸ ਵਿੱਚ ਜ਼ਿਆਦਾਤਰ ਮਿਊਜ਼ਿਕ ਫਾਈਲਾਂ ਅਤੇ ਵੀਡੀਓ ਫਾਈਲਾਂ ਨੂੰ ਹੀ ਸਟੋਰ ਕੀਤਾ ਜਾਂਦਾ ਹੈ। ਇਹ ਜ਼ਿਆਦਾਤਰ ਰੀਡੇਬਲ ਮੋਡ ਵਿੱਚ ਹੀ ਮੌਜੂਦ ਹੁੰਦੀਆਂ ਹਨ, ਭਾਵ ਇਸ ਵਿੱਚ ਡਾਟੇ ਨੂੰ ਇੱਕ ਹੀ ਵਾਰ ਸਟੋਰ ਕੀਤਾ ਜਾ ਸਕਦਾ ਹੈ। ਪਰ ਅੱਜ-ਕੱਲ੍ਹ ਬਾਜ਼ਾਰਾਂ ਵਿੱਚ ਵੀ ਰੀਰਾਈਟੇਬਲ CD ਵੀ ਮੌਜੂਦ ਹੈ, ਜਿਸ ਵਿੱਚ ਕਿ ਇੱਕ ਤੋਂ ਵੱਧ ਵਾਰ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ ਬਹੁਤ ਹੀ ਘੱਟ ਹੁੰਦੀ ਹੈ ਅਤੇ ਇਹ ਆਮ ਦੁਕਾਨਾਂ ਤੋਂ ਵੀ ਆਸਾਨੀ ਨਾਲ ਮਿਲ ਸਕਦੀ ਹੈ। ਆਓ ਹੁਣ ਅਸੀਂ ਸੈਕੰਡਰੀ ਸਟੋਰੇਜ ਡਿਵਾਈਸਿਸ ਦੀ ਪੰਜਵੀਂ ਕਿਸਮ ਭਾਵ DVD ਬਾਰੇ ਜਾਣੀਏ। DVD ਤੋਂ ਭਾਵ ਹੈ ਡਿਜੀਟਲ ਵੀਡੀਓ ਡਿਸਕ। ਇਹ ਆਮ ਤੌਰ ਤੇ CD ਦੀ ਤਰ੍ਹਾਂ ਹੁੰਦੀ ਹੈ, ਪਰ ਇਸ ਦੀ ਸਟੋਰੇਜ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਵਿੱਚ ਪਏ ਡਾਟੇ ਦੀ ਕਲੈਰਿਟੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਵੀ ਇੱਕ ਪੋਰਟੇਬਲ ਸਟੋਰੇਜ ਡਿਵਾਈਸ ਹੈ। ਇਸ ਨੂੰ ਜ਼ਿਆਦਾਤਰ ਇੱਕ ਤੋਂ ਵੱਧ ਮੂਵੀਜ਼ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਬਹੁਤ ਸਾਰੀਆਂ ਮਲਟੀਮੀਡੀਆ ਫਾਈਲਾਂ ਵੀ ਸਟੋਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਗ੍ਰਾਫਿਕਸ ਉੱਚ ਸਤਰ ਦਾ ਹੁੰਦਾ ਹੈ। ਆਓ ਅਸੀਂ ਹੁਣ CD ਅਤੇ DVD ਲਈ ਧਿਆਨ ਰੱਖਣਯੋਗ ਗੱਲਾਂ ਬਾਰੇ ਜਾਣੀਏ। ਨੰਬਰ 1, ਜਦੋਂ ਅਸੀਂ CD ਅਤੇ DVD ਇਸਤੇਮਾਲ ਨਹੀਂ ਕਰ ਰਹੇ ਹੁੰਦੇ ਤਾਂ ਇਸ ਨੂੰ ਚੰਗੀ ਤਰ੍ਹਾਂ ਕਵਰ ਵਿੱਚ ਢੱਕ ਕੇ ਰੱਖਣਾ ਚਾਹੀਦਾ ਹੈ। ਨੰਬਰ 2, CD ਅਤੇ DVD ਦੇ ਚਮਕੀਲੇ ਪਾਸੇ ਨੂੰ ਛੂਹਣਾ ਨਹੀਂ ਚਾਹੀਦਾ ਅਤੇ ਨਾ ਹੀ ਇਸ ਪਾਸੇ ਕਿਸੇ ਚੀਜ਼ ਨਾਲ ਲਿਖਣਾ ਚਾਹੀਦਾ ਹੈ, ਕਿਉਂਕਿ ਇਸ ਪਾਸੇ ਰਗੜ ਲੱਗਣ ਨਾਲ ਇਹ ਖਰਾਬ ਹੋ ਜਾਂਦੀਆਂ ਹਨ। ਨੰਬਰ 3, CD DVD ਨੂੰ ਮੋੜਨਾ ਨਹੀਂ ਚਾਹੀਦਾ। ਨੰਬਰ 4, CD ਅਤੇ DVD ਨੂੰ ਸਾਫ਼ ਕਰਨ ਲਈ ਨਰਮ ਕੱਪੜੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਤੁਸੀਂ ਇਸ ਉੱਤੋਂ ਮਿੱਟੀ ਘੱਟਾ ਹਟਾਉਣ ਲਈ ਇਸ ਨੂੰ ਪਾਣੀ ਨਾਲ ਵੀ ਸਾਫ਼ ਕਰ ਸਕਦੇ ਹੋ। ਆਓ ਹੁਣ ਅਸੀਂ ਸੈਕੰਡਰੀ ਸਟੋਰੇਜ ਡਿਵਾਈਸਿਸ ਦੀ 6ਵੀਂ ਕਿਸਮ ਭਾਵ ਪੈਨ ਡਰਾਈਵ ਬਾਰੇ ਜਾਣੀਏ। ਇਸ ਦੀ ਵਰਤੋਂ ਵੀ CD ਅਤੇ DVD ਵਾਂਗ ਡਾਟੇ ਨੂੰ ਸਟੋਰ ਅਤੇ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਇਹ ਆਕਾਰ ਵਿੱਚ ਬਹੁਤ ਹੀ ਛੋਟੀ ਜਿਹੀ ਹੁੰਦੀ ਹੈ, ਜਿਸ ਨੂੰ ਕਿ ਆਸਾਨੀ ਨਾਲ ਕੋਈ ਵੀ ਵਿਅਕਤੀ ਆਪਣੀ ਜੇਬ ਵਿੱਚ ਰੱਖ ਸਕਦਾ ਹੈ, ਕਿਉਂਕਿ ਇਹ ਇੱਕ ਪੋਰਟਲ ਯੂਨੀਵਰਸਲ ਸੀਰੀਅਲ ਬੱਸ ਫਲੈਸ਼ ਮੈਮਰੀ ਡਿਵਾਈਸ ਹੈ, ਜਿਸ ਨੂੰ ਕਿ ਕੰਪਿਊਟਰ ਦੇ USB ਪੋਰਟ ਤੇ ਲਗਾ ਕੇ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿੱਚ ਡਾਟੇ ਨੂੰ ਪੱਕੇ ਤੌਰ ਤੇ ਵੀ ਰੱਖਿਆ ਜਾ ਸਕਦਾ ਹੈ ਅਤੇ ਥੋੜ੍ਹੇ ਸਮੇਂ ਲਈ ਵੀ। ਇਸ ਨੂੰ ਜ਼ਿਆਦਾਤਰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਵਿੱਚ ਡਾਟਾ ਟ੍ਰਾਂਸਫਰ ਕਰਨ ਲਈ ਵਰਤਿਆ ਜਾਂਦਾ ਹੈ। ਇਹਨਾਂ ਵਿੱਚ ਪਏ ਡਾਟੇ ਦੀ ਭਰੋਸੇਯੋਗਤਾ ਉੱਚ ਸਤਰ ਦੀ ਹੁੰਦੀ ਹੈ। ਸ਼ੁਰੂਆਤੀ ਸਮੇਂ ਵਿੱਚ ਇਹਨਾਂ ਦੀ ਸਟੋਰੇਜ ਸਮਰੱਥਾ MB ਵਿੱਚ ਸੀ, ਪਰ ਹੁਣ ਇਹ GB ਜਾਣੀ ਕਿ ਗੀਗਾਬਾਈਟ ਵਿੱਚ ਵੀ ਉਪਲਬਧ ਹੈ। ਆਮ ਤੌਰ ਤੇ ਇਹ 2GB, 4GB, 16GB ਅਤੇ 64GB ਵਾਲੀ ਪੈਨ ਡਰਾਈਵ ਬਾਜ਼ਾਰ ਵਿੱਚ ਮੌਜੂਦ ਹਨ। ਆਓ ਹੁਣ ਅਸੀਂ ਸੈਕੰਡਰੀ ਸਟੋਰੇਜ ਡਿਵਾਈਸਿਸ ਦੀ 7ਵੀਂ ਕਿਸਮ ਭਾਵ ਮੈਮਰੀ ਕਾਰਡ ਬਾਰੇ ਜਾਣੀਏ। ਮੈਮਰੀ ਕਾਰਡ ਦੀ ਵਰਤੋਂ ਜ਼ਿਆਦਾਤਰ ਕੈਮਰਿਆਂ, ਮੋਬਾਈਲਾਂ ਦੇ ਵਿੱਚ ਡਾਟੇ ਨੂੰ ਸਟੋਰ ਕਰਕੇ ਰੱਖਣ ਵਿੱਚ ਕੀਤੀ ਜਾਂਦੀ ਹੈ। ਇਹ ਇੱਕ ਫਲੈਸ਼ ਡਿਵਾਈਸ ਹੈ।
ਪੈਨ ਡਰਾਈਵ ਦੇ ਵਾਂਗ ਇਸ ਨੂੰ ਵੀ ਕਈ ਵਾਰ ਇਸਤੇਮਾਲ ਕੀਤਾ ਜਾ ਸਕਦਾ ਹੈ। ਬਾਜ਼ਾਰ ਵਿੱਚ ਇਹ ਬਹੁਤ ਹੀ ਆਸਾਨੀ ਨਾਲ ਅਤੇ ਸਸਤੇ ਰੇਟ 'ਤੇ ਮਿਲ ਜਾਂਦੇ ਹਨ। ਇਸ ਵਿੱਚ ਪਏ ਡਾਟੇ ਨੂੰ ਜੇਕਰ ਕੰਪਿਊਟਰ ਵਿੱਚ ਪੜ੍ਹਨਾ ਹੋਵੇ ਤਾਂ ਇਸ ਲਈ ਸਾਨੂੰ ਕਾਰਡ ਰੀਡਰ ਦੀ ਜ਼ਰੂਰਤ ਪੈਂਦੀ ਹੈ। ਇਸ ਦਾ ਸਾਈਜ਼ ਵੱਖ-ਵੱਖ ਤਰ੍ਹਾਂ ਦਾ ਹੋ ਸਕਦਾ ਹੈ। ਆਓ ਹੁਣ ਅਸੀਂ ਟੌਪਿਕ ਨਾਲ ਸੰਬੰਧਿਤ ਕੁਝ ਯਾਦ ਰੱਖਣ ਯੋਗ ਗੱਲਾਂ ਬਾਰੇ ਜਾਣੀਏ। ਨੰਬਰ 1, ਕੰਪਿਊਟਰ। ਕੰਪਿਊਟਰ ਮੈਮਰੀ ਕੰਪਿਊਟਰ ਵਿੱਚ ਇਲੈਕਟ੍ਰੋਨਿਕ ਸਪੇਸ ਹੁੰਦੀ ਹੈ। ਨੰਬਰ 2, ਮੈਮਰੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਭਾਵ ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ। ਨੰਬਰ 3, ਰੈਮ ਤੋਂ ਭਾਵ ਹੈ ਰੈਂਡਮ ਐਕਸੈਸ ਮੈਮਰੀ ਅਤੇ ਰੋਮ ਤੋਂ ਭਾਵ ਹੈ ਰੀਡ ਓਨਲੀ ਮੈਮਰੀ। ਨੰਬਰ 4, CD ਦੇ ਚਮਕੀਲੇ ਪਾਸੇ ਨੂੰ ਕਦੇ ਨਾ ਛੂਹੋ। ਨੰਬਰ 5, ਮੈਮਰੀ ਕਾਰਡ ਵਿੱਚ ਭਰਿਆ ਡਾਟਾ ਕਾਰਡ ਰੀਡਰ ਦੀ ਮਦਦ ਨਾਲ ਪੜ੍ਹਿਆ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਉਮੀਦ ਹੈ ਕਿ ਆਪ ਜੀ ਨੂੰ ਮੇਰਾ ਅੱਜ ਦਾ ਇਹ ਸਟੋਰੇਜ ਡਿਵਾਈਸਿਸ ਦਾ ਟੌਪਿਕ ਜ਼ਰੂਰ ਸਮਝ ਆਇਆ ਹੋਵੇਗਾ। ਜੇਕਰ ਤੁਹਾਨੂੰ ਇਸ ਸੰਬੰਧੀ ਕੋਈ ਵੀ ਪ੍ਰਸ਼ਨ ਹੋਵੇ ਉਹ ਆਪ ਜੀ ਮੈਨੂੰ ਮੇਰੀ ਦਿੱਤੀ ਈਮੇਲ। ਪਿਆਰੇ ਵਿਦਿਆਰਥੀਓ, ਪਿਛਲੇ ਟੌਪਿਕ ਵਿੱਚ ਅਸੀਂ ਸੈਕੰਡਰੀ ਮੈਮਰੀ ਬਾਰੇ ਅਤੇ ਇਸ ਦੀਆਂ ਕਿਸਮਾਂ ਬਾਰੇ ਪੜ੍ਹਿਆ ਸੀ। ਇਸ ਟੌਪਿਕ ਵਿੱਚ ਮੈਂ ਤੁਹਾਨੂੰ CPU ਵਿੱਚ ਹਾਰਡ ਡਿਸਕ ਕਿੱਥੇ ਲੱਗੀ ਹੁੰਦੀ ਹੈ, ਰੈਮ ਕਿੱਥੇ ਹੁੰਦੀ ਹੈ, CD ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਜਾਂ ਫਿਰ ਪੈਨ ਡਰਾਈਵ ਕਿਸ ਤਰ੍ਹਾਂ ਦੀ ਹੁੰਦੀ ਹੈ, ਭੌਤਿਕ ਤੌਰ 'ਤੇ ਪੇਸ਼ ਕਰਾਂਗੀ। ਆਓ ਹੁਣ ਅਸੀਂ CPU ਨੂੰ ਖੋਲ੍ਹ ਕੇ ਦੇਖਦੇ ਹਾਂ। ਇਹ CPU ਹੈ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਇੱਕ ਬੋਰਡ ਨਜ਼ਰ ਆ ਰਿਹਾ ਹੈ ਜਿਸ ਨੂੰ ਅਸੀਂ ਮਦਰਬੋਰਡ ਕਹਿੰਦੇ ਹਾਂ। ਇਸ ਵਿੱਚ ਰੈਮ ਲੱਗੀ ਹੁੰਦੀ ਹੈ ਜਿਸ ਨੂੰ ਅਸੀਂ ਰੈਂਡਮ ਐਕਸੈਸ ਮੈਮਰੀ ਵੀ ਕਹਿੰਦੇ ਹਾਂ। ਜਿਸ ਤਰ੍ਹਾਂ ਕਿ ਇਹ ਰੈਮ ਜੋ ਤੁਹਾਨੂੰ ਮੇਰੇ ਹੱਥ ਵਿੱਚ ਦਿਖਾਈ ਦੇ ਰਹੀ ਹੈ ਇਹ 2 GB ਦੀ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਸਾਡਾ ਕੰਪਿਊਟਰ ਚਲਦਾ ਬੰਦ ਹੋ ਜਾਂਦਾ ਹੈ ਜਾਂ ਪੂਰੀ ਤਰ੍ਹਾਂ ਨਹੀਂ ਚੱਲਦਾ। ਇਸ ਦਾ ਮੁੱਖ ਕਾਰਨ ਰੈਮ ਦੇ ਵਿੱਚ ਮਿੱਟੀ ਧੂੜ ਦਾ ਆ ਜਾਣਾ ਹੁੰਦਾ ਹੈ। ਸੋ ਅਸੀਂ ਇਸ ਨੂੰ ਕੱਢ ਕੇ ਚੰਗੀ ਤਰ੍ਹਾਂ ਬ੍ਰਸ਼ ਨਾਲ ਸਾਫ਼ ਕਰਕੇ ਦੁਬਾਰਾ ਤੋਂ ਇਨਸਰਟ ਕਰ ਦਿੰਦੇ ਹਾਂ ਤਾਂ ਕੰਪਿਊਟਰ ਪਹਿਲਾਂ ਨਾਲੋਂ ਵਧੀਆ ਤਰੀਕੇ ਨਾਲ ਚੱਲਣ ਲੱਗ ਪੈਂਦਾ ਹੈ। ਇਹ ਜੋ ਡਿਵਾਈਸ ਤੁਹਾਨੂੰ ਨਜ਼ਰ ਆ ਰਿਹਾ ਹੈ ਇਸ ਨੂੰ ਹਾਰਡ ਡਿਸਕ ਕਹਿੰਦੇ ਨੇ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਨਾਮ ਅਤੇ ਲੋਗੋ ਇਸ ਉੱਤੇ ਨਜ਼ਰ ਆ ਰਿਹਾ ਹੈ। ਇਸ ਉੱਤੇ ਇਸ ਦੀ ਸਟੋਰੇਜ ਸਮਰੱਥਾ ਲਿਖੀ ਹੋਈ ਹੈ ਕਿ ਇਹ ਕਿੰਨੇ GB ਡਾਟਾ ਸਟੋਰ ਕਰ ਸਕਦੀ ਹੈ ਬਾਰੇ ਦੱਸਿਆ ਗਿਆ ਹੁੰਦਾ ਹੈ। ਜਿਵੇਂ ਕਿ ਇਸ ਉੱਪਰ ਲਿਖਿਆ ਹੋਇਆ ਹੈ ਇਹ 500 GB ਦੀ ਹੈ। ਆਓ ਇਸ ਦਾ ਦੂਸਰਾ ਪਾਸਾ ਦੇਖੀਏ। ਜਿਵੇਂ ਕਿ ਅਸੀਂ ਵੇਖ ਸਕਦੇ ਹਾਂ ਕਿ ਇਸ ਉੱਪਰ ਸਰਕਟ ਨਜ਼ਰ ਆ ਰਹੇ ਹਨ। ਅਸੀਂ ਇਸ ਨੂੰ ਇਸ ਦਾ ਅੰਦਰੂਨੀ ਹਿੱਸਾ ਵੀ ਕਹਿ ਸਕਦੇ ਹਾਂ। ਇਸ ਭਾਗ ਨੂੰ ਸਾਨੂੰ ਕਦੇ ਵੀ ਛੂਹਣਾ ਨਹੀਂ ਚਾਹੀਦਾ। ਹਾਰਡ ਡਿਸਕ ਦੇ ਇਸ ਪਾਸੇ ਕਈ ਵਾਰੀ ਮਿੱਟੀ ਪੈ ਜਾਣ ਕਾਰਨ ਜਾਂ ਮਿੱਟੀ ਧੂੜ ਜਮ੍ਹਾਂ ਹੋ ਜਾਣ ਕਾਰਨ ਕੰਪਿਊਟਰ ਬਹੁਤ ਹੀ ਸਲੋ ਚੱਲਣ ਲੱਗ ਪੈਂਦਾ ਹੈ ਜਾਂ ਪੂਰੀ ਤਰ੍ਹਾਂ ਨਹੀਂ ਚੱਲਦਾ। ਸੋ ਹਾਰਡ ਡਿਸਕ ਦੇ ਇਸ ਭਾਗ ਨੂੰ
ਬ੍ਰਸ਼ ਦੇ ਨਾਲ ਸਾਫ਼ ਕਰ ਦੇਣਾ ਚਾਹੀਦਾ ਹੈ। ਆਮ ਤੌਰ 'ਤੇ ਸਾਨੂੰ CPU ਦੇ ਅੰਦਰ ਮਿੱਟੀ ਘੱਟਾ ਜਮ੍ਹਾਂ ਨਹੀਂ ਹੋਣ ਦੇਣਾ ਚਾਹੀਦਾ। ਆਓ ਹੁਣ ਅਸੀਂ ਪੈਨ ਡਰਾਈਵ ਬਾਰੇ ਜਾਣਕਾਰੀ ਹਾਸਿਲ ਕਰੀਏ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਹੱਥ ਵਿੱਚ ਇੱਕ ਛੋਟੀ ਜਿਹੀ ਪੈਨ ਡਰਾਈਵ ਹੈ। ਇਸ ਨੂੰ ਅਸੀਂ ਆਪਣੀ ਜੇਬ ਵਿੱਚ ਰੱਖ ਕੇ ਕਿਤੇ ਵੀ ਆਸਾਨੀ ਨਾਲ ਲੈ ਕੇ ਜਾ ਸਕਦੇ ਹਾਂ। ਇਸ ਨੂੰ CPU ਦੇ USB ਪੋਰਟ 'ਤੇ ਲਗਾਇਆ ਜਾਂਦਾ ਹੈ ਅਤੇ ਇਸ ਵਿੱਚ ਪਿਆ ਡਾਟਾ ਦੇਖਣ ਲਈ ਮਾਈ ਕੰਪਿਊਟਰ ਵਿੱਚ ਇਸ ਨੂੰ ਖੋਲ੍ਹਿਆ ਜਾਂਦਾ ਹੈ। ਆਓ ਹੁਣ ਅਸੀਂ ਤੁਹਾਨੂੰ CD ਜਾਂ DVD ਬਾਰੇ ਜਾਣਕਾਰੀ ਦਈਏ। ਇਹ ਜੋ ਤੁਸੀਂ ਮੇਰੇ ਹੱਥ ਵਿੱਚ ਦੇਖ ਰਹੇ ਹੋ, ਜੋ ਕਿ ਇੱਕ DVD ਹੈ, ਇਹ ਦੇਖਣ ਵਿੱਚ ਬਿਲਕੁਲ CD ਦੀ ਤਰ੍ਹਾਂ ਹੁੰਦੀ ਹੈ, ਭਾਵ ਕੰਪੈਕਟ ਡਿਸਕ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਇਸ DVD ਉੱਤੇ ਇਸ ਦੀ ਸਟੋਰੇਜ ਸਮਰੱਥਾ ਲਿਖੀ ਹੁੰਦੀ ਹੈ। ਜਿਵੇਂ ਕਿ ਸਾਨੂੰ ਦਿਖਾਈ ਦੇ ਰਿਹਾ ਹੈ ਕਿ ਇਹ DVD 4.7 GB ਦੀ ਹੈ। ਆਓ ਹੁਣ ਅਸੀਂ CD ਦੇ ਦੂਸਰੇ ਪਾਸੇ ਨੂੰ ਦੇਖੀਏ, ਜਿਸ ਨੂੰ ਅਸੀਂ ਚਮਕੀਲਾ ਪਾਸਾ ਕਹਿੰਦੇ ਹਾਂ, ਜਿਸ ਨੂੰ ਕਿ ਸਾਨੂੰ ਕਦੇ ਵੀ ਛੂਹਣਾ ਨਹੀਂ ਚਾਹੀਦਾ ਹੈ। ਇਸ ਨੂੰ ਸਾਫ਼ ਕਰਨ ਲਈ ਸਾਨੂੰ ਮੁਲਾਇਮ ਅਤੇ ਸਾਫ਼ ਕੱਪੜੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਮੇਰਾ ਇਹ ਟੌਪਿਕ ਜ਼ਰੂਰ ਸਮਝ ਆ ਗਿਆ ਹੋਵੇਗਾ। ਧੰਨਵਾਦ ਸਹਿਤ।